ज्ञान ध्यान किछ कर्म न जाना, सार न जाना तेरी। सब ते वड्डा सतगुर नानक, जिन कल राखी मेरी। ज्यों बुलावें त्यों बोलें स्वामी, कुदरत कवण हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋਂ, ਵੱਡ ਭਾਗੇ ਖਾਂ। ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਚਰਨਾਂ ਵਿੱਚ ਬੈਠ ਕੇ ਚਰਨ ਚਲੋ ਮਾਰਗ ਗੋਬਿੰਦ, ਗੋਬਿੰਦ ਦੇ ਮਾਰਗ 'ਤੇ ਚੱਲਣ ਦੀਆਂ ਜੁਗਤੀਆਂ ਢੰਗ ਤਰੀਕੇ ਗੁਰੂ ਦੇ ਕੋਲੋਂ ਸਿੱਖ ਰਹੇ ਹਾਂ। ਜਿਸ ਬੱਚੇ ਨੂੰ ਚੱਲਣ ਦੀ ਜਾਚ ਨਾ ਹੋਵੇ, ਉਹ ਕਦੀ ਪਲਾਂਘ ਨਹੀਂ ਪੁੱਟ ਸਕਦਾ। ਮਾਂ ਬਾਪ ਨੂੰ ਤੁਰਨਾ ਸਿਖਾਉਂਦੇ ਆ। ਬਸ ਇਹੀ ਕਹਾਣੀ ਹੈ, ਜਦੋਂ ਅਸੀਂ ਗੁਰੂ ਕੋਲ ਆਉਂਦੇ ਹਾਂ ਨਾ, ਸੰਸਾਰ 'ਤੇ ਤਾਂ ਤੁਰਨਾ ਅਸੀਂ ਜਾਣਦੇ ਹਾਂ, ਪਰ ਨਿਰੰਕਾਰ ਦੇ ਰਾਹ 'ਤੇ ਕਿਵੇਂ ਤੁਰਨਾ ਇਹ ਸਾਨੂੰ ਗੁਰੂ ਸਿਖਾਉਂਦਾ ਹੈ। ਇਸੇ ਕਰਕੇ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰੂ ਜੀ ਕਹਿੰਦੇ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਹੇ ਗੁਰਸਿੱਖਾ, ਤੂੰ ਰੱਬੀ ਮਾਰਗ 'ਤੇ ਤੁਰਨ ਆਇਆ ਤੇ ਗੁਰੂ ਦੀ ਚਾਲ ਦੇ ਨਾਲ ਚਾਲ ਮਿਲਾ ਕੇ ਚੱਲੀ। ਜੇ ਗੁਰੂ ਦੀ ਚਾਲ ਦੇ ਨਾਲ ਚਾਲ ਮਿਲਾ ਕੇ ਨਹੀਂ ਨਾ ਚੱਲੇਗਾ ਤੇ ਜੀਵਨ ਦੀ ਭਟਕਣਾ ਤੈਨੂੰ ਰਾਹ ਤੋਂ ਕੁਰਾਹ 'ਤੇ ਪਾ ਦੇਗੀ। ਮੰਜ਼ਲ ਤੋਂ ਭਟਕ ਜਾਏਗਾ, ਰਸਤੇ ਤੋਂ ਭਟਕ ਜਾਏਗਾ। ਸਤਿਗੁਰੂ ਜੀ ਕਹਿੰਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੋ ਆਓ ਸਤਿਗੁਰ ਦਾਤਾ ਕਿਰਪਾ ਕਰੇ, ਪਾਵਨ ਬਚਨ ਰਹਿਰਾਸ ਬਾਣੀ ਦੇ ਅੰਦਰ ਜਿਸ ਦੀਆਂ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ। ਸਤਿਗੁਰ ਦਾਤਾ ਕਿਰਪਾ ਕਰੇ, ਗੁਰਬਾਣੀ ਦੀ ਵਿਚਾਰ ਕਰਦਿਆਂ ਇਸੇ ਤਰ੍ਹਾਂ ਗੁਣਾਂ ਦੀ ਸਾਂਝ ਪਾਉਂਦਿਆਂ ਕਿਤੇ ਸਾਡੇ ਅੰਦਰੋਂ ਔਗਣ ਖਤਮ ਹੋ ਜਾਣ ਤੇ ਅਸੀਂ ਗੁਣਾਂ ਦੇ ਧਾਰਨੀ ਬਣ ਜਾਈਏ। ਕਿਉਂਕਿ ਵਿਚਾਰ ਕਰਨ ਦਾ ਮਕਸਦ ਇੱਕੋ ਹੀ ਹੁੰਦਾ ਹੈ, ਅਵਗੁਣ ਛੋੜ ਗੁਣਾਂ ਕੋ ਧਾਵੋ। ਅਵਗੁਣਾਂ ਨੂੰ ਛੱਡਣਾ ਤੇ ਗੁਣਾਂ ਨੂੰ ਪਕੜਨਾ। ਸਾਡੀ ਪਕੜ ਅਵਗੁਣਾਂ 'ਤੇ ਹੈ। ਸਾਡੀ ਪਕੜ ਪਾਪਾਂ ਵਾਲੇ ਪਾਸੇ 'ਤੇ ਹੈ, ਵਿਕਾਰਾਂ ਵਾਲੇ ਪਾਸੇ 'ਤੇ ਹੈ, ਪਰ ਨਿਰੰਕਾਰ ਵਾਲੇ ਪਾਸੇ ਸਾਡੀ ਬਹੁਤੀ ਪਕੜ ਨਹੀਂ। ਸੋ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਗੁਰੂ ਦੇ ਚਰਨਾਂ ਦੀ ਪਕੜ ਬਣ ਜਾਏ। ਸੋ ਪਾਵਨ ਬਚਨ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਈਏ।
ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਗੱਜ ਵੱਧ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਦੇ ਅੰਦਰ ਆਪ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਸ਼ਬਦ ਨਿਤਾ ਪ੍ਰਤੀ ਰਹਿਰਾਸ ਬਾਣੀ ਦੇ ਅੰਦਰ ਆਪਾਂ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਇੱਥੋਂ ਤੱਕ ਆਪਾਂ ਰਹਾਉ ਦੇ ਬੰਧ ਤੱਕ ਇਸ ਦੀ ਵਿਚਾਰ ਕੀਤੀ। ਛੋਟੀ ਜਿਹੀ ਇੱਕ ਗੱਲ ਕਹਿ ਕੇ ਅਗਲੀ ਵਿਚਾਰ ਆਪ ਜੀ ਦੇ ਨਾਲ ਆਰੰਭ ਕਰਾਂਗਾ। ਥੋੜ੍ਹਾ ਜਿਹਾ ਰਹਾਉ ਦੇ ਬੰਧ ਵੱਲ ਖਿਆਲ ਕਰਿਓ। ਵੈਸੇ ਕੱਲ ਆਪਾਂ ਵਿਚਾਰਿਆ ਸੀ, ਥੋੜ੍ਹਾ ਜਿਹਾ ਹੋਰ ਖਿਆਲ ਕਰਨ ਦੀ ਲੋੜ ਹੈ। ਉਹ ਕਿਉਂ? ਆਪ ਜੀ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਜਿੱਥੇ ਬਾਣੀ ਦੇ ਅੰਦਰ ਰਹਾਉ ਸ਼ਬਦ ਆਉਂਦਾ, ਆਸ ਤੁਹਾਨੂੰ ਰਹਾਉ ਦੇ ਅਰਥ ਪਤਾ ਹੋਣਗੇ, ਸੂਝਵਾਨ ਬੈਠੇ ਹੋ। ਰਹਾਉ ਦਾ ਅਰਥ ਹੁੰਦਾ ਠਹਿਰਾਵ, ਭਾਵ ਠਹਿਰਨਾ। ਜਦੋਂ ਵੀ ਕੋਈ, ਵੈਸੇ ਹਦਾਇਤ ਹੈ ਇੱਕ, ਰਾਗੀ ਸਿੰਘ ਜਦੋਂ ਵੀ ਕੀਰਤਨ ਕਰਦੇ ਆ ਨਾ, ਰਹਾਉ ਦੇ ਬੰਦ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਆਪਣੇ ਕੋਲੋਂ ਕੁਝ ਕੁ ਤੁਕਾਂ ਚੁਣ ਕੇ ਉਹਨਾਂ ਦੇ ਆਧਾਰ 'ਤੇ ਕੀਰਤਨ ਕੀਤਾ ਜਾਂਦਾ ਹੈ। ਜਿਵੇਂ ਉਦਾਹਰਨ ਵਜੋਂ ਅਕਸਰ ਹੀ ਅਸੀਂ ਵੇਖਦੇ ਹਾਂ, ਇੱਕ ਸ਼ਬਦ ਪੜ੍ਹਿਆ ਜਾਂਦਾ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਆਪ ਜੀ ਨੂੰ ਪਤਾ ਹੋਵੇ ਇਹ ਸ਼ਬਦ ਦਾ ਰਹਾਉ ਦਾ ਬੰਦ ਕੀ ਤੇ ਪਹਿਲੀਆਂ ਤੁਕਾਂ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਇਸ ਦਾ ਰਹਾਉ ਦਾ ਬੰਦ ਹੈ, ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਰਹਾਉ ਇਹਦਾ ਰਹਾਉ ਦਾ ਬੰਦ ਹੈ। ਸੋ ਬੇਨਤੀ ਕਰਾਂ, ਜਦੋਂ ਤੁਸੀਂ ਉਸ ਰਹਾਉ ਦੇ ਬੰਦ ਨੂੰ ਆਧਾਰ ਬਣਾ ਕੇ ਵਿਚਾਰ ਕਰਦੇ ਹੋ ਨਾ, ਕਿਉਂਕਿ ਰਹਾਉ ਦੇ ਅੰਦਰ ਹੀ ਸਾਰੇ ਸ਼ਬਦ ਦਾ ਸਾਰ ਹੁੰਦਾ, ਤੱਤ ਹੁੰਦਾ। ਸੋ ਆਓ ਅਸੀਂ ਵੈਸੇ ਕੱਲੀ ਕੱਲੀ ਪੰਕਤੀ ਨੂੰ ਆਧਾਰ ਬਣਾ ਕੇ ਵਿਚਾਰ ਕਰ ਰਹੇ ਹਾਂ। ਵਿਚਾਰ ਕਰਨਾ ਵੀ ਇੱਕ ਅਲੱਗ ਪੱਖ ਹੈ। ਅਕਸਰ ਵੈਸੇ ਤਾਂ ਰਹਾਉ ਦੇ ਬੰਦ ਤੋਂ ਹੀ ਵਿਚਾਰ ਕਰਨੀ ਚਾਹੀਦੀ ਹੈ। ਸੋ ਫਿਰ ਵੀ ਮੈਂ ਵਿਚਾਰ ਰਹਾਉ ਦੇ ਬੰਦ ਨੂੰ ਥੋੜ੍ਹਾ ਜਿਹਾ ਆਧਾਰ ਬਣਾਉਣਾ ਚਾਹੁੰਦਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਆ, ਸੋ ਕਿਉਂ ਵਿਸਰੈ ਮੇਰੀ ਮਾਏ, ਹੇ ਮੇਰੀ ਮਾਂ, ਉਹ ਪਰਮਾਤਮਾ ਮੈਨੂੰ ਕਿਉਂ ਵਿਸਰੇ, ਉਹ ਕਦੀ ਵੀ ਮੇਰੇ ਅੰਦਰੋਂ ਨਾ ਜਾਵੇ। ਉਹ ਸੌਂਦੇ ਉੱਠਦੇ ਬਹਿੰਦੇ ਹਰੇਕ ਕਰਮ ਕਰਦਿਆਂ ਮੈਂ ਉਹਨੂੰ ਧਿਆਉਂਦਾ ਰਵਾਂ। ਸਗੋਂ ਮੇਰਾ ਜੀਵਨ ਬਣ ਜਾਏ, ਸੌਂਦੇ ਪੀ ਵਾਹੋ ਵਾਹੋ ਉਚਰੈ, ਉੱਠਦੇ ਪੀ ਵਾਹੋ ਕਰੇਨ। ਸਗੋਂ ਮੇਰੇ ਹਿਰਦੇ ਦੇ ਅੰਦਰ ਇਹ ਗੱਲ ਬਹਿ ਜਾਏ, ਸੋਏ ਵੀ ਅਰਾਧਾ ਤੇ ਜਾਗਦੇ ਵੀ ਉਸ ਪਰਮਾਤਮਾ ਨੂੰ ਅਰਾਧਾ। ਇਹ ਮੇਰਾ ਜੀਵਨ ਬਣ ਜਾਏ, ਸਗੋਂ ਮੈਂ ਇਹਨਾਂ ਪੰਕਤੀਆਂ ਅਨੁਸਾਰ ਜੀ ਸਕਾਂ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਸੋ ਇਸ ਤਰ੍ਹਾਂ ਆਖੇ ਇੱਥੇ ਮਾਏ ਸ਼ਬਦ ਜਿਹੜਾ ਨਾ, ਉਹ ਗੁਰੂ ਲਈ ਵਰਤਿਆ ਗਿਆ ਹੈ। ਇਹ ਸਤਿਗੁਰੂ ਮੈਨੂੰ ਕਦੀ ਵੀ ਉਹ ਪਰਮਾਤਮਾ ਨਾ ਭੁੱਲੇ, ਮੈਨੂੰ ਕਦੀ ਵੀ ਉਹ ਨਿਰੰਕਾਰ ਨਾ ਭੁੱਲੇ, ਸਦਾ ਹੀ ਮੇਰੇ ਹਿਰਦੇ 'ਚੋਂ ਯਾਦ ਰਵੇ। ਸੋ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਵਿਸਰਨਾ ਕਿਉਂ ਨਹੀਂ ਚਾਹੀਦਾ, ਪਰਮਾਤਮਾ ਨੂੰ ਭੁਲਾਉਣਾ ਕਿਉਂ ਨਹੀਂ, ਉਹਨੂੰ ਯਾਦ ਕਿਉਂ ਕਰਨਾ? ਕਿਉਂਕਿ ਯਾਦ ਕਰਨ ਦੇ ਲਈ ਤੇ ਦੁਨੀਆ 'ਤੇ ਹੋਰ ਵੀ ਬੜਾ ਕੁਝ ਹੈ।
कि मैं उन्हां चीज़ां नूं याद करके नहीं सार सकदा, गुरबाणी नूं ही याद क्यों करना, निरंकार नूं ही याद क्यों करना। थोड़ा जिहा पहले शब्द वाल ख्याल करिओ, ਉਹਦੇ ਵਿੱਚ ਆਪਾਂ ਵਿਚਾਰਿਆ ਸੀ ਕਿਉਂਕਿ ਉਹਨੂੰ ਯਾਦ ਤਾਂ ਕਰਨਾ ਕਿਉਂਕਿ ਉਹ ਸਭ ਤੋਂ ਵੱਡਾ ਹੈ ਤੇ ਉਸ ਵੱਡੇ ਨੇ ਜੋ ਤੈਨੂੰ ਦਿੱਤਾ ਹੈ ਨਾ, ਉਸ ਸੰਸਾਰ ਤੇ ਤੈਨੂੰ ਉਹਦੇ ਕਰਕੇ ਪ੍ਰਾਪਤ ਹੋਇਆ ਹੈ। ਇਸ ਕਰਕੇ ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੇ। ਉਹਦੇ ਕੀਤੇ ਨੂੰ ਤੂੰ ਜਾਣ ਨਹੀਂ ਸਕਦਾ, ਪਰ ਫਿਰ ਵੀ ਤੈਨੂੰ ਯਾਦ ਜ਼ਰੂਰ ਕਰ। ਮੈਂ ਇੱਕ ਛੋਟੀ ਜਿਹੀ ਗਾਥਾ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਸ ਪਰਮਾਤਮਾ ਨਿਰੰਕਾਰ ਨੇ ਅੱਜ ਦੇ ਅਜੋਕੇ ਹਾਲਾਤਾਂ ਦੇ ਵਿੱਚੋਂ ਨਿਕਲੀ ਹੋਈ ਹੈ। ਜੇ ਕਿਤੇ ਤੁਸੀਂ ਪੜ੍ਹੀ ਸੁਣੀ ਹੋਵੇ ਤਾਂ ਬੜੀ ਵਧੀਆ ਗੱਲ ਹੈ। 93 ਸਾਲ ਦਾ ਇੱਕ ਬਜ਼ੁਰਗ ਬਾਬਾ ਮੇਰੇ ਮਨ ਨੂੰ ਬੜੀ ਭਾਈ ਤੇ ਖਿਆਲ ਆਇਆ ਕਿ ਵੀ ਸੱਚੀ ਪਰਮਾਤਮਾ ਤੇ ਕਦੀ ਭੁੱਲਣਾ ਹੀ ਨਹੀਂ ਚਾਹੀਦਾ, ਪਰਮਾਤਮਾ ਤੇ ਕਦੀ ਵਿਸਰਨਾ ਹੀ ਨਹੀਂ ਚਾਹੀਦਾ। ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਜਿਹਦੇ ਕਰਕੇ ਜੀ ਰਹੇ ਹਾਂ, ਜਿਹਦੇ ਕਰਕੇ ਇਹ ਜੀਵਨ, ਇਹ ਜ਼ਿੰਦਗੀ ਖੰਡਾ ਰਹੇ ਹਾਂ, ਸੁੱਖ ਮਾਣ ਰਹੇ ਹਾਂ, ਤਾਂ ਕਦੀ ਵੀ ਨਹੀਂ ਭੁੱਲਣਾ ਚਾਹੀਦਾ। 93 ਸਾਲ ਦਾ ਬਜ਼ੁਰਗ ਬਾਬਾ, ਉਹਨੂੰ ਹੌਸਪੀਟਲ ਤੋਂ ਛੁੱਟੀ ਮਿਲਦੀ ਹੈ, ਹਸਪਤਾਲ ਤੋਂ ਛੁੱਟੀ ਲੈਂਦਾ। ਜਿਤਨਾ ਵੀ ਉਹਦਾ ਪੈਸਾ ਸੀ ਉਹ ਸਾਰਾ ਭੁਗਤਾਨ ਕਰ ਦਿੰਦਾ, ਬਿੱਲ ਪੇ ਕਰ ਦਿੰਦਾ। ਉਹ ਜਦੋਂ ਤੁਰਨ ਲੱਗਦਾ ਤੇ ਡਾਕਟਰ ਆਵਾਜ਼ ਮਾਰਦਾ। ਡਾਕਟਰ ਆਵਾਜ਼ ਮਾਰ ਕੇ ਕਹਿੰਦਾ ਤੁਹਾਡਾ 13,000 ਰੁਪਈਆ ਹੋਰ ਬਚਦਾ। ਉਹ ਕਹਿੰਦੇ ਜੀ ਉਹ ਕਾਹਦਾ? ਕਹਿੰਦੇ ਉਹ ਇੱਕ ਦਿਨ ਦੀ ਆਕਸੀਜਨ ਦਾ ਹੈ। ਇੱਕ ਦਿਨ ਜਿਹੜੀ ਐਕਸਟਰਾ ਆਕਸੀਜਨ ਲੱਗੀ ਹੈ ਨਾ ਤੁਹਾਨੂੰ, ਉਹਦੇ 13,000 ਨੇ। ਉਹ ਬਜ਼ੁਰਗ ਬਾਬਾ ਜਿਹੜਾ ਸੀ ਫੁੱਟ ਫੁੱਟ ਕੇ ਜਾਰੋ ਜਾਰ ਰੋਣ ਲੱਗ ਪਿਆ। ਡਾਕਟਰ ਕਹਿਣ ਲੱਗੇ ਕੋਈ ਗੱਲ ਨਹੀਂ ਬਾਬਾ, ਜੇ ਤੂੰ ਪੈਸੇ ਨਹੀਂ ਦੇਣੇ ਨਾ ਦੇ, ਕੋਈ ਗੱਲ ਨਹੀਂ, ਪਰ ਤੂੰ ਰੋ ਨਾ, ਤੂੰ ਰੋ ਨਾ ਇਸ ਤਰ੍ਹਾਂ। ਅੱਜ ਤਾਂ ਤੈਨੂੰ ਛੁੱਟੀ ਮਿਲੀ ਆ, ਤੂੰ ਖੁਸ਼ੀ ਖੁਸ਼ੀ ਘਰ ਜਾ, ਘਰਦਿਆਂ ਦੇ ਵਿੱਚ ਜਾ ਕੇ ਖੇਡ ਹੱਸ ਆਨੰਦ ਲੈ, ਰੋ ਨਾ। ਉਸ ਬਜ਼ੁਰਗ ਬਾਬੇ ਨੇ ਜਿਹੜੀ ਕਮਾਲ ਦੀ ਗੱਲ ਆਖੀ ਨਾ, ਉਹ ਇਹ ਆਖੀ, ਕਹਿਣ ਲੱਗੇ ਮੈਂ 13,000 ਦੇਣ ਤੋਂ ਨਹੀਂ ਰੋ ਰਿਹਾ। ਜਿੱਥੇ ਮੈਂ ਲੱਖਾਂ ਦਾ ਬਿੱਲ ਪੇ ਕੀਤਾ ਆ, ਉੱਥੇ ਮੇਰੇ ਲਈ 13,000 ਕੀ ਮਾਇਨੇ ਰੱਖਦਾ। ਜੇ 20,000 40 50,000 ਵੀ ਹੁੰਦਾ ਮੈਂ ਉਹ ਵੀ ਦਿੰਦਾ। ਫਿਰ ਤੂੰ ਰੋਇਆ ਕਿਉਂ ਹੈ? ਤੇਰੇ ਰੋਣ ਦਾ ਕਾਰਨ ਕੀ ਹੈ? ਉਹ ਕਹਿੰਦਾ ਮੈਂ ਰੋਇਆ ਇਸ ਕਰਕੇ ਆ ਕਿ ਵੀ ਇੱਕ ਦਿਨ ਦੀ ਆਕਸੀਜਨ ਦਾ 13,000 ਬਣ ਗਿਆ। ਮੈਂ ਤੇ ਜਨਮ ਤੋਂ ਲੈ ਕੇ ਹੁਣ ਤੱਕ ਰੋਜ਼ ਉਸ ਪਰਮਾਤਮਾ ਦੀ ਦਿੱਤੀ ਆਕਸੀਜਨ ਹੰਢਾ ਰਿਹਾ। ਮੈਂ ਤਾਂ ਕਦੀ ਅਹਿਸਾਸ ਹੀ ਨਹੀਂ ਕੀਤਾ, ਤੁਸੀਂ ਮੈਨੂੰ ਅਹਿਸਾਸ ਕਰ ਦਿੱਤਾ। ਇੰਨੀ ਗੱਲ ਕਹਿਣ ਦੀ ਲੋੜ ਸੀ। ਜਿੰਨਾ ਵੀ ਸਟਾਫ ਸੀ ਉਹ ਵੀ ਜ਼ੋਰੋ ਜ਼ਾਰ ਰੋਣ ਲੱਗ ਪਿਆ। ਅਸੀਂ ਆਪਣੇ ਵੱਲ ਝਾਤ ਤੇ ਮਾਰੀਏ, ਜਿਸ ਵੱਡੇ ਦੇ ਆਪਾਂ ਗੁਣ ਗਾ ਰਹੇ ਹਾਂ ਉਹਨੇ ਸਾਨੂੰ ਤੋਹਫੇ ਦੇ ਵਿੱਚ ਦਿੱਤਾ ਕੀ ਹੈ। ਇਸੇ ਕਰਕੇ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਆ ਸੋ ਕਿਉਂ ਵਿਸਰੈ ਮੇਰੀ ਮਾਏ। ਹੇ ਮੇਰੀ ਮਾਂ, ਉਹ ਪਰਮਾਤਮਾ ਮੈਨੂੰ ਕਦੇ ਨਾ ਭੁੱਲੇ, ਸਦਾ ਹੀ ਉਸ ਪਰਮਾਤਮਾ ਨੂੰ ਮੈਂ ਯਾਦ ਕਰਦਾ। ਸਗੋਂ ਸਤਿਗੁਰੂ ਜੀ ਕਹਿੰਦੇ ਆ ਹਰ ਜਪਦਿਆਂ ਖਿਨ ਢਿੱਲ ਨਾ ਕੀਜਈ। ਢਿੱਲ ਨਹੀਂ ਹੋਣੀ ਚਾਹੀਦੀ। ਆਪਾਂ ਜਦੋਂ ਵੀ ਕਿਸੇ ਕੰਮ ਵਿੱਚ ਢਿੱਲ ਕਰਦੇ ਹਾਂ ਤੇ ਉਹ ਰੱਬੀ ਯਾਦ ਵਿੱਚ ਹੀ ਢਿੱਲ ਕਰਦੇ ਹਾਂ। ਦੁਨੀਆ ਦਾ ਐਸਾ ਕੋਈ ਕੰਮ ਨਹੀਂ ਜਿਹਦੇ ਵਿੱਚ ਆਪਾਂ ਢਿੱਲ ਨਹੀਂ ਕਰਦੇ। ਬੰਦੇ ਨੂੰ ਪਤਾ ਮੈਂ ਦੁਕਾਨ ਖੋਲ੍ਹਣੀ ਆ 6 ਵਜੇ, 5:30 ਵਜੇ ਜਾ ਕੇ ਖੋਲ੍ਹਦਾ। ਬੰਦੇ ਨੂੰ ਪਤਾ ਮੈਂ ਦਫ਼ਤਰ 10 ਵਜੇ ਖੋਲ੍ਹਣਾ, 9:30 ਵਜੇ ਦਫ਼ਤਰ ਦੇ ਅੱਗੇ ਜਾ ਕੇ ਖਲੋ ਜਾਂਦਾ। ਬੰਦੇ ਨੇ ਕੋਈ ਕੰਮ ਕਰਨ ਜਾਣਾ, ਇੰਨੇ ਵਜੇ ਮੇਰਾ ਕੰਮ ਹੋਣਾ, ਇਹ ਸਭ ਤੋਂ ਪਹਿਲਾਂ ਲਾਈਨ ਵਿੱਚ ਜਾ ਕੇ ਖਲੋਤਾ ਹੁੰਦਾ। ਕੋਈ ਢਿੱਲ ਨਹੀਂ ਹੈ। ਗੱਲ ਇੰਨੀ ਕੁ ਹੈ ਕਿ ਵੀ ਅੰਮ੍ਰਿਤ ਵੇਲਾ ਜਦੋਂ ਗੱਲ ਆਉਂਦੀ ਹੈ ਨਾ, ਸਤਿਗੁਰੂ ਜੀ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਹਦੀ ਵਡਿਆਈ ਦੀ ਵਿਚਾਰ ਕਰਨ ਵਿੱਚ ਹੀ ਢਿੱਲ ਹੋ ਜਾਂਦੀ ਹੈ। ਇੱਥੇ ਢਿੱਲ ਆਪਾਂ ਕਰ ਜਾਂਦੇ ਹਾਂ। ਸੋ ਸਤਿਗੁਰੂ ਜੀ ਕਹਿੰਦੇ ਆ ਸੋ ਕਿਉਂ ਵਿਸਰੈ ਮੇਰੀ ਮਾਏ। ਸਾਚਾ ਸਾਹਿਬ
सच है नाए, वो साहिब जिहड़ा वो सच्चा है, ਉਹਦਾ नाम भी सच्चा है, ਉਹਦੇ नाम विच भी कोई झूठापन नहीं है। ਉਹਨੂੰ सतगुरु जी ने क्या वाहगुरु, ਇਹ ਵਾਹਿਗੁਰੂ तेरे तो मैं सदके जाना। कदी वाहिगुरू ਦੇ अर्थ पढ़े ने तुसी? असल विच शब्द सी वाहगुरू। वाह का अर्थ हुंदा है वाह, असीं कहने वाह वाह कमाल की गल कीती। उत्थे शब्द जदों तुसी अपना पढ़ते हो ना, धन गुरु ग्रंथ साहिब महाराज जी की बाणी के अंदर भट्ट साहिबाना की बाणी 11 भट्ट साहिबान ने, ते 11 भट्ट साहिबाना ने वाह गुरु तेरा सब सदका, वाहिगुरू शब्द नहीं वरत्या उन्होंने क्या वाह परमात्मा। या आपां पढ़ते हैं बचन सतगुरु जी के परमात्मा के नाम के लिए आउंदा सतनाम। कितना प्यारा परमात्मा का नाम है सतनाम। प्यारा तां है क्योंकि उस नाम दे विच कोई ना कोई अर्थ जुड़िया होया है। सत का अर्थ है सच, भाव वो परमात्मा उदा नाम होंद वाला सदीवी है, इस करके वो सतनाम है, जिन्हों गुरु रामदास महाराज कहते हैं जप मन सतनाम सदा सतनाम। उस परमात्मा नूं तू जपना कर। कोई भी परमात्मा का नाम है, गोबिंद है, गोपाल है, माधो है, राम है, अल्लाह है, रहीम है, करीम, कोई भी नाम ले लीए। गुरबाणी दे विच अणगिणत नाम ने रब दे। चेते रखना जिन्ने भी परमात्मा के नाम ने, सब दे नामां दे पिछे कोई ना कोई अर्थ जुड़िया होया। एवं नहीं समझ लेना कि भी एवं बाणी दे विच शब्द उच्चारण कर दिते आ, नहीं, इन्हां दे पिछे कोई ना कोई तत्त जुड़िया होया। सरो विचार सतगुरु गुरु नानक महाराज कहते आ साचा साहिब। वो साहिब पहली गल सच्चा है, उहदे अंदर झूठ नहीं है। दुनिया दे अंदर हज़ारां झूठ होणगे, अपने झूठां दे उत्ते वो पर्दा भी पा लैंदे होणगे, पर मेरा साहिब जिहड़ा है ना, उहदे अंदर झूठ नहीं है, उहदे अंदर कूड़ नहीं है। वो तो सगों दूजियां दे अंदरों कूड़ कढ़ दिंदा ते सच उन्हां दे अंदर पा दिंदा, उन्हां नूं भी अपने वर्गा सच्चा बना लैंदा। वो भी साहिब अखवाउण जोगे हो जाते आ, जिन्हां नूं वो अपना बना लैंदा। इस करके उहदे अंदर कूड़ नहीं है, वो तो सगों साडे अंदरों कूड़ कढ़दा है। वो तो साडे अंदरों कूड़ कढ़ के सानू कहंदा कूड़ निखुटै नानका ओड़क सच रही। आ मैं तेरे अंदर सच भर दिया। बड़े दुनिया दे उत्ते विरले इहो जे हुंदे आ ਜਿਹੜੇ ਤੁਹਾਨੂੰ ਝੂਠ ਵਿੱਚੋਂ ਕੱਢ ਕੇ ਸੱਚ ਦੇ ਮਾਰਗ ਦੇ ਪਾਂਧੀ ਬਣਾਉਂਦੇ ਹੋਣ। ਹੈ ਕੋਈ ਦੁਨੀਆ ਦੇ ਉੱਤੇ ਇਹੋ ਜਿਹਾ ਬੰਦਾ ਜਿਹੜਾ ਤੁਹਾਨੂੰ ਇਹ ਗੱਲ ਕਹਿ ਸਕਦਾ ਹੋਵੇ ਦਾਅਵੇ ਦੇ ਨਾਲ, ਤੁਸੀਂ ਮੇਰੇ ਕੋਲ ਆਵੋ, ਮੈਂ ਤੁਹਾਨੂੰ ਸੱਚ ਦਾ ਮਾਰਗ ਵਿਖਾਵਾਂਗਾ। जितने भी बैठे आ सारे कूड़ दी दुनिया दे अंदर रंगत दे विच बैठे आ, तानू दिंदे ही रंगत झूठ दी ने। फिर बेनती ध्यान नाल सुनियो, थोड़ा जिहा मैं तुहानू बाबा बकाला साहब दी धरती ते लैके जाना चाहुंदा। बाबा बकाला साहब दी धरती 22 मंजियां लगियां ने। 22 मंजियां दे विचों तुहानू एक भी मंजी सच्ची नज़र आउंदी है। देखो ये तो पहचान करन दी गल है ना। भाई मक्खण शाह लुबाणा आउंदा है, भाई मक्खण शाह लुबाणा गुरमत दी कसवट्टी ते परखदा है। ये 22 मंजियां ने, भावें ये सच दा दावा करते ने मैं साहिब हाँ, फलाना साहिब है, पर उन्होंने पता है कि भी ये सारे ही झूठे ने, इन्हां विचों कोई भी सच्चा नहीं है। पर जेड़ा अंदर बैठा गुरु हरगोबिंद पातशाह दा पुत्र गुरु तेग बहादुर पातशाह, वही एक सच्चा है। जदों उहदे चरनां विच झुकदा जाके, फिर चरनां दे विचों सीस नहीं चुक पाउंदा, सिर नहीं चुक पाउंदा। क्यों? सच अपने विच रला लैंदा है, अपने अंदर समा लैंदा है। ते जदों कोई सच विच समा जांदा है, वो फिर साहिब वर्गा ही बन जांदा है। सो बेनती करा, सच्चा साहिब
ਸਾਚੈ ਨਾਏ ਰਹਾਓ। ਰਹਾਓ ਤੇ ਥੋੜਾ ਜਿਹਾ ਜ਼ੋਰ ਤਾਂ ਦਿੱਤਾ ਕਿਉਂਕਿ ਰਹਾਓ ਨੂੰ ਸਮਝਣਾ ਥੋੜਾ ਜਿਹਾ ਜ਼ਰੂਰੀ ਸੀ। ਅਗਲੀਆਂ ਪੰਕਤੀਆਂ, ਸਾਚੇ ਨਾਮ ਕੀ ਤਿਲ ਵਡਿਆਈ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਫਿਰ ਬੇਨਤੀ ਕਰਾਂ, ਉਸ ਪਰਮਾਤਮਾ ਦੀਆਂ ਵਡਿਆਈਆਂ ਸਾਡੇ ਕਹਿਣ ਵਿੱਚ ਨਹੀਂ ਆਉਂਦੀਆਂ। ਮੈਂ ਜਿੰਨਾ ਮਰਜ਼ੀ ਜ਼ੋਰ ਲਾਵਾਂ, ਜਿੰਨੀ ਮਰਜ਼ੀ ਆਪਣੇ ਮੁਖ ਤੋਂ ਉਸ ਪਰਮਾਤਮਾ ਦੀ ਉਸਤਤ ਕਰੀ ਜਾਵਾਂ, ਵਡਿਆਈ ਕਰੀ ਜਾਵਾਂ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਕਿੰਨੀ ਕੁ ਕਰ ਲਏਗਾ। ਜੀਭ ਹੋਵੇ ਇੱਕ ਤੇ ਰੱਬ ਹੋਵੇ ਬੇਅੰਤ, ਤੇ ਕਿੱਥੋਂ ਤੱਕ ਪਹੁੰਚੇਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੀਆਂ ਵਡਿਆਈਆਂ ਦਾ ਅੰਤ ਹੀ ਕੋਈ ਨਹੀਂ। ਉਹ ਪਰਮਾਤਮਾ ਬੇਅੰਤ ਹੈ। ਸਤਿਗੁਰੂ ਜੀ ਤਾਂ ਇੱਥੋਂ ਤੱਕ ਬਾਣੀ ਵਿੱਚ ਕਹਿੰਦੇ ਆ, ਸਤਿਗੁਰੂ ਜੀ ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ, ਪਰ ਫਿਰ ਵੀ ਮੈਂ ਯਤਨ ਕਰਦਾ, ਜਿੰਨੀ ਕੁ ਤੂੰ ਮੈਨੂੰ ਸਮਰੱਥਾ ਬਖਸ਼ੀ ਹੈ ਨਾ ਉਹਨਾਂ ਕੁ ਮੈਂ ਕਹਿਣ ਦੀ ਸਮਰੱਥਾ ਰੱਖਦਾ। ਪਰ ਪਰਮਾਤਮਾ ਤਿਲ ਵਡਿਆਈ, ਤਿਲ ਜਿੰਨੀ ਵੀ ਮੈਂ ਤੇਰੀ ਵਡਿਆਈ ਨਹੀਂ ਕਰ ਸਕਦਾ। ਮੇਰੇ ਅੰਦਰ ਉਸ ਪਾਵਰ ਨਹੀਂ ਹੈ, ਮੇਰੇ ਅੰਦਰ ਬੁੱਧ ਨਹੀਂ ਹੈ। ਮੈਂ ਤਾਂ ਸਗੋਂ ਤੈਨੂੰ ਕਹਿਣਾ ਦੀਜੈ ਬੁੱਧ ਵਿਵੇਕਾ, ਤਾਂ ਕਿ ਮੈਂ ਕਰ ਸਕਾਂ, ਪਰ ਫਿਰ ਵੀ ਮੈਂ ਕਰ ਨਹੀਂ ਪਾਉਂਦਾ। ਸੋ ਸਤਿਗੁਰੂ ਜੀ ਕਹਿੰਦੇ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਬਿਆਨ ਕਰਕੇ ਸਾਰੇ ਜੀਵ ਥੱਕ ਗਏ, ਹਾਰ ਗਏ। ਸਿਮਰਤ ਪ੍ਰਵੇਦ ਪੁਰਾਨ ਪੁਕਾਰਨ ਪੋਥੀਆਂ, ਆ ਜਿੰਨਿਆਂ ਦਾ ਵੀ ਮੈਂ ਨਾਮ ਤੁਹਾਡੇ ਨਾਲ ਸਾਂਝਾ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਸਭ ਗਾਲੀ ਹੋਛੀਆਂ। ਸਭ ਗੱਲਾਂ ਦੇ ਨਾਲ ਹੋਛੇ ਹੋ ਗਏ, ਪਰਖੇ ਵਾਹਿਗੁਰੂ ਸਿਮਰਤੀਆਂ ਵੇਦ ਪੁਰਾਨ ਤੇਰਾ ਅੰਤ ਨਹੀਂ ਪਾ ਸਕੀਆਂ, ਤੈਨੂੰ ਬਿਆਨ ਨਹੀਂ ਕਰ ਸਕਿਆ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਕੋਈ ਵੀ ਗ੍ਰੰਥ ਇਹ ਦਾਅਵਾ ਕਰਕੇ ਨਹੀਂ ਕਹਿੰਦਾ ਕਿ ਮੈਂ ਰੱਬ ਦਾ ਅੰਤ ਪਾ ਲਿਆ। ਇੱਕ ਛੋਟੀ ਜਿਹੀ ਗੱਲ ਹੋਰ ਸਾਂਝੀ ਕਰ ਦਿੰਦਾ। ਜੇਕਰ ਤੁਸੀਂ ਗੀਤਾ, ਰਮਾਇਣ ਜਾਂ ਵੇਦ ਸ਼ਾਸਤਰ ਕਿਤੇ ਵੀ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ, ਵੈਸੇ ਹਰੇਕ ਚੀਜ਼ ਪੜ੍ਹਨੀ ਚਾਹੀਦੀ ਹੈ, ਸਿੱਖ ਦਾ ਕਰਮ ਹੀ ਹੈ। ਪਹਿਲੀ ਗੱਲ, ਆਪਾਂ ਹੈ ਹੀ ਸਿੱਖਿਆਰਥੀ। ਸਿੱਖ ਦਾ ਅਰਥ ਕੀ ਹੈ? ਸਿੱਖਣਾ। ਤੇ ਸਿੱਖ ਆਪਾਂ ਕਿਤੋਂ ਵੀ ਸਕਦੇ ਹਾਂ। ਸਿੱਖ ਆਪਾਂ ਕਿਤੋਂ ਵੀ ਚੰਗਾ ਹੀ ਸਿੱਖਣਾ, ਜਿੱਥੋਂ ਮਰਜ਼ੀ ਸਿੱਖ ਲੈ ਬੰਦਾ। ਸੋ ਬੇਨਤੀ ਕਰਾਂ, ਜੇ ਕਿਤੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ, ਜਦੋਂ ਉਹਨਾਂ ਦਾ ਅਖੀਰ ਪੰਨਾ ਹੁੰਦਾ ਹੈ ਨਾ, ਉੱਥੇ ਇੱਕ ਸ਼ਬਦ ਲਿਖਿਆ ਹੁੰਦਾ ਇਤੀ। ਉਹਦਾ ਭਾਵ ਅਰਥ ਤੁਹਾਨੂੰ ਪਤਾ ਕਿ ਵੀ ਇਤੀ ਸ਼ਬਦ ਕਿਉਂ ਲਿਖਿਆ ਹੁੰਦਾ। ਉਹ ਇਤੀ ਸ਼ਬਦ ਦਾ ਇੱਕ ਬ੍ਰਾਹਮਣ ਵੀਰ ਹੈ, ਉਹਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦਾ ਇਤੀ ਸ਼ਬਦ ਹਰੇਕ ਗ੍ਰੰਥ ਵਿੱਚ ਲਿਖਿਆ ਮਿਲਦਾ। ਹੋ ਸਕਦਾ ਅੱਜ ਦੇ ਗ੍ਰੰਥਾਂ ਵਿੱਚ ਨਾ ਹੋਵੇ, ਪਰ ਉਹ ਕਹਿੰਦਾ ਪੁਰਾਤਨ ਗ੍ਰੰਥਾਂ ਵਿੱਚ ਸੀ। ਉਹ ਮੈਂ ਕਿਹਾ ਉਹ ਕਿਉਂ? ਕਹਿੰਦਾ ਉਹ ਤਾਂ ਸੀ ਕਿ ਵੀ ਕਿਸੇ ਵੀ ਗ੍ਰੰਥ ਨੂੰ ਲਿਖਣ ਵਾਲੇ ਕਰਤੇ ਨੇ ਇਹ ਦਾਅਵਾ ਕਰਕੇ ਨਹੀਂ ਆਖਿਆ ਕਿ ਵੀ ਇਸ ਤੋਂ ਵੱਧ ਹੋਰ ਬਿਆਨ ਨਹੀਂ ਹੋ ਸਕਦਾ ਰੱਬ। ਉਹ ਕਹਿੰਦਾ ਇਤਿਆਦ ਦਾ ਮਤਲਬ ਹੈ ਇਸ ਤੋਂ ਵੀ ਅੱਗੇ ਰੱਬ ਹੈ। ਆਦ ਭਾਵ। ਇੱਕ ਬੇਨਤੀ ਹੋਰ ਕਰਾਂ, 1604 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਆਦ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਦੇ ਆ। ਸਿੱਖਾਂ ਦੀ ਝੋਲੀ ਵਿੱਚ ਸ਼ਬਦ ਗੁਰੂ ਪਾਇਆ ਜਾਂਦਾ ਹੈ ਤੇ ਉਹਦਾ ਨਾਮ ਕੀ ਹੈ? ਆਦ ਬੀੜ। ਤੇ ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਕਹਿੰਦੇ ਆ ਆਦ ਤੋਂ ਲੈ ਕੇ ਮੁੱਢ ਤੋਂ ਲੈ ਕੇ ਜੁਗਾਂ ਜੁਗਾਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬ ਦੀ ਬਿਆਨਬਾਜ਼ੀ ਕਰਦੇ ਰਹਿਣਗੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇਹ ਕਿਤੇ ਨਹੀਂ ਕਹਿੰਦੇ ਮੈਂ ਰੱਬ ਦਾ ਅੰਤ ਪਾ ਲਿਆ। ਰੱਬ ਦਾ ਅੰਤ ਤਾਂ ਕੋਈ ਵੀ ਨਹੀਂ ਪਾ ਸਕਦਾ। ਫਿਰ ਬਾਣੀ ਦੇ ਵਿੱਚੋਂ ਥੋੜ੍ਹਾ ਜਿਹਾ ਖਿਆਲ ਕਰਿਓ, ਗੁਰੂ ਅਰਜਨ ਦੇਵ ਮਹਾਰਾਜ, ਮੈਂ ਕਹਿੰਦਾ ਕਿੰਨੀ ਨਿਮਰਤਾ ਭਾਵ ਦੇ ਅੰਦਰ ਅੱਜ ਮੇਰੇ ਵਰਗੇ ਕਹਿੰਦੇ ਆ ਮੈਂ ਰੱਬ ਦਾ ਸਾਰਾ ਪਾਰਾਵਾਰ ਪਾ ਲਿਆ। ਰੱਬ ਕੀ ਮੇਰੇ ਅੱਗੇ? ਰੱਬ ਤਾਂ ਮੇਰੇ ਅੱਗੇ ਬਿਆਨ ਕਰਨਾ, ਮੇਰੇ ਅੱਗੇ ਰੱਬ ਕੁਝ ਵੀ ਨਹੀਂ ਹੈ। ਮੈਂ ਤਾਂ ਰੱਬ ਬਿਆਨ ਸੌਖਾ ਜਿਹਾ ਕਰ ਸਕਦਾ, ਕਿਉਂਕਿ ਰੱਬ ਮੇਰੇ ਲਈ ਜਿਵੇਂ ਮੈਨੂੰ ਸਾਹਮਣੇ ਮੇਰੇ ਚੰਦਰਮਾ ਹੋਵੇ ਤੇ ਮੈਂ ਆਪਣੀਆਂ ਉਂਗਲਾਂ ਦੇ ਵਿੱਚ ਉਹਨੂੰ ਸਮਾਉਣਾ ਚਾਹੁੰਦਾ। ਇਹੀ ਹੁੰਦਾ ਨਾ ਜੀ।
बस यही कहानी है कि भी रब सिर्फ मैं अपनियां उंगलों दे विच दब लेना चाहुंदा। गुरु अर्जन देव महाराज जी का एक पावन बचन है, जदों तुसी रहरास बाणी करदे हो या धन गुरु ग्रंथ साहिब महाराज जी दे जदों पाठ करदे आ ते एक बचन आउंदा है गुरु अर्जन देव महाराज जी का, तेरा कीता जातो नहीं। हुण किन्नी निमरता भाव गुरु अर्जन देव महाराज जी दे अंदर, आपां करके जणाउणा चाहुंदे आ ते गुरु अर्जन देव महाराज कहंदे मैं तेरे कीते नूं जाणिया ही कख नहीं। सतगुरु जी कहंदे तेरा कीता जातो नहीं, हे परमात्मा तेरे कीते नूं मैं जाण नहीं सकिया, पर जिन्ना भी कीता तेरा कीता जातो नहीं, मैनू जोग कितोई, तू मैनू उस जोग बनाया ते मैं वो बयान किया, नहीं ते मेरे अंदर की पाया कि मैं तेरियां वडियाइयां नू बयान करा। तेरा कीता जातो नाही, मैनू जोग कितोई, मैं निर्गुण यारे को गुण नहीं, आपे तरस प्योई। ये तरस तू कीता है, ये रहमत तू कीती है, बख्शिश तू कीती है, ते मैं इस बख्शिश का पात्र बनया, नहीं तो मेरा भांडा ते खाली सी, इसनू भरन वाला तू है। इसे करके क्या हर वेले उस परमात्मा का शुकराना कर, जिन्ना भी उन्हें ज्ञान दिता है जने खणे नू नहीं उन्हें दिता। बड़े इहो जे लोग ने, एक वचन आप पढ़ते हैं ना, सुर नर मुन जन अमृत खोज दे, बड़े इहो जे देवते भी ने जिहड़े रब दे ज्ञान नू खोजदे फिरदे आ। रब्बी ज्ञान सानू मिलदा है, आपां दा फिर भी इंसान आ, आपां दा फिर भी मनुखी जामे दे अंदर आ। साडे वर्गे कई विलकदे फिरदे आ, गुरु दी गल सुन लईए, कोई सानू सुना दवे, आ वड भागे तुसी बैठे हो महामारी दे अंदर बैठे भी गुरु दीयां गल्लां पे सुनदे हो, इनू वड भागी कहिंदे आ। सो मैं बेनती करां, खुशामदी लई नहीं सच हकीकत दे लई, जेड़ा गुरु दे गुण गाएगा वो गुरु दे गुणा विच समा जाएगा। सतगुरु जी कहंदे आ, पर ये नहीं कहेगा हे परमात्मा मैं तेरियां वडियाइयां दा पारा वार पा लिया, क्योंकि ओदियां वडियाइयां दा पारा वार नहीं है। अगली तुक विच सतगुरु जी कहंदे आख थके कीमत नहीं पाई, आख आके थक गए, हार गए, हंब गए, पर खे वाहिगुरु तेरी कीमत ना पा सके। अगे फिर सतगुरु जी कहते जे सा मिलकै आखण पाहे, जे जगत के सारे जीव उस परमात्मा नू मिल के भी उन्होंने आखण ना, उहदियां वडियाइयां करन, चेते रखना तां भी रब दियां पूरियां नहीं पैंदियां। इत्थे मैं एक बेनती होर करनी चाहुंदा, साडे अंदर एक सवाल खड़ा होएगा कि भी बार बार सतगुरु जी कह रहा रब दियां वडियाइयां, रब दियां सिफतां दा कोई अंत नहीं, उस परमात्मा नू ध्याउणा चाहिदा, उहनूं सिमरना चाहिदा है। कि रब दे अंदर कोई लालच है? जिस तरह बंदे नू अपनी प्रशंसा कराउण दी ना लालसा हुंदी है, एक लालच हुंदा है कि मेरे कोई चार गुण गावे, यही हुंदा ना जी। सामने बैठा कोई राजनीतिक बंदा मेरे वर्गे प्रचारकों तो भी एक आस रखता है कि मेरे लिए कोई चंगे गुण ये चार बोले, मेरी प्रशंसा करे, मेरी जय जयकार होवे। पर माफ करना साडा हिरदा तो इहो जिहा ते बाबर नूं जाबर कहण वाले हाँ, है ना जी। चलो होएगा कोई इहो जिहा जिहड़ा प्रशंसा करता होएगा। मेरा कहण तो ये भाव है हरेक बंदे दे अंदर एक लालसा है मेरी कोई वडियाई करे, मेरे कोई चार गुण गावे ते मैं उतां हो के तुरां। कि परमात्मा नूं भी इस तरह अपनी वडियाई कराउण दी भुख है? जे हरेक बंदे दे अंदर ये भुख है, लालसा है, तमा है, फिर रब दे अंदर भी कोई तमा होएगी नहीं। साध संगत, वड्डा दाता तिल ना तमाए, आपां रोज पढ़ते हैं सतगुरु जी की बाणी अंदर, रोज ही आपां जदों जपजी साहिब पढ़ते हैं तो रोज ही साडे सामने ये पंक्तियां आउंदियां। सतगुरु जी कहंदे जे जपना है जप, नहीं जपना ना जप। रब नूं तेरे जपण दा भी कोई लालच नहीं ते तेरे ना जपण दा भी उहनूं कोई अफसोस नहीं। ये नहीं कि भी तू ओदी वडियाई करे, कोई बंदे दी वडियाई नहीं कीती अफसोस धारण कर लगे ने मेरी वडियाई क्यों नहीं कीती। जे कर दोगे तो वह उच्चा धौण करके तुरेगा। रब ऐसा नहीं है,
ਰੱਬ ਦੀ ਵਡਿਆਈ ਕੋਈ ਕਰੇ, ਉਹਦੇ ਗੁਣ ਕੋਈ ਗਾਵੇ, ਉਹਨੂੰ ਕੋਈ ਫਰਕ ਨਹੀਂ ਪੈਂਦਾ, ਆਪਣੇ ਲਈ ਤੂੰ ਗਾਉਣੇ ਆ। ਵੇਖੋ ਭੋਜਨ ਅਸੀਂ ਆਪਣੇ ਲਈ ਖਾਣਾ, ਕਿਸੇ ਲਈ ਨਹੀਂ ਖਾਣਾ। ਪਾਣੀ ਅਸੀਂ ਆਪਣੇ ਲਈ ਪੀਣਾ ਤਾਂ ਕਿ ਮੇਰੀ ਪਿਆਸ ਬੁੱਝੇ। ਹੁਣ ਮੈਂ ਆਖਾਂ ਪਾਣੀ ਮੈਂ ਪੀਵਾਂ, ਭੋਜਨ ਮੈਂ ਖਾਵਾਂ, ਭੁੱਖ ਪਿਆਸ ਮੇਰੀ ਮਾਂ ਦੀ ਬੁੱਝ ਜਾਏ, ਮੇਰੇ ਪਿਤਾ ਦੀ ਬੁੱਝ ਜਾਏ, ਮੇਰੀ ਭੈਣ ਦੀ, ਮੇਰੇ ਭਰਾ ਦੀ ਬੁੱਝ ਜਾਏ, ਐਸਾ ਕਦੀ ਨਹੀਂ ਹੋ ਸਕਦਾ ਤੇ ਨਾ ਹੀ ਕਦੀ ਹੋਵੇਗਾ। ਕਿਉਂ? ਆਪਣੀ ਭੁੱਖ ਮਿਟਾਉਣ ਦੇ ਲਈ ਸਾਨੂੰ ਭੋਜਨ ਆਪ ਖਾਣਾ ਪਏਗਾ, ਭਾਵੇਂ ਥੋੜਾ ਖਾ ਲਈਏ ਭਾਵੇਂ ਜ਼ਿਆਦਾ ਖਾ ਲਈਏ। ਆਪਣੀ ਪਿਆਸ ਬੁਝਾਉਣ ਦੇ ਲਈ ਪਾਣੀ ਸਾਨੂੰ ਖੁਦ ਪੀਣਾ ਪਏਗਾ। ਜੇ ਅਸੀਂ ਚਾਹੁੰਦੇ ਹਾਂ ਆਪਣੇ ਅੰਦਰੋਂ ਵਿਕਾਰਾਂ ਨੂੰ ਕੱਢ ਦਈਏ, ਫਿਰ ਰੱਬ ਦੀ ਵਡਿਆਈ ਵਾਲੇ ਪਾਸੇ ਸਾਨੂੰ ਆਉਣਾ ਪਏਗਾ, ਫਿਰ ਨਿਰੰਕਾਰ ਦੀ ਸਿਫਤ ਸਲਾਹ ਵਾਲੇ ਪਾਸੇ ਸਾਨੂੰ ਆਉਣਾ ਪਏਗਾ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ, ਜੇ ਸਾਰੇ ਮਿਲ ਕੇ ਵੀ ਉਸ ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦੇਣਾ ਤਾਂ ਵੀ ਰੱਬ ਦੀ ਕੀਮਤ ਨਹੀਂ ਕੋਈ ਪਾ ਸਕਦਾ। ਕਿਉਂ? ਵੱਡਾ ਨਾ ਹੋਵੇ ਘਾਟ ਨਾ ਜਾਏ। ਸਭ ਦੇ ਕਹਿਣ ਦੇ ਨਾਲ ਨਾ ਤੇ ਉਹਨੇ ਵੱਡਾ ਹੋ ਜਾਣਾ ਨਾ ਹੀ ਉਹਨੇ ਘਟ ਜਾਣਾ, ਉਹ ਤਾਂ ਜਿੰਨਾ ਹੈ ਉਹਨੇ ਓਨਾ ਹੀ ਰਹਿਣਾ। ਉਹਦੇ ਪਸਾਰੇ ਨੂੰ ਵੇਖੋ, ਉਹਦਾ ਪਸਾਰਾ ਤੇ ਸਾਰੇ ਬ੍ਰਹਿਮੰਡ ਦੇ ਅੰਦਰ ਹੈ। ਉਹ ਤਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਹੈ ਪਰਮਾਤਮਾ। ਉਹ ਤਾਂ ਕੋਟ ਬ੍ਰਹਿਮੰਡ ਕੋਟ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ। ਹੁਣ ਬੰਦਾ ਆਖੇ ਕਿ ਮੈਂ ਸਾਰੇ ਲੋਕ ਆਖਣ ਅਸੀਂ ਧਿਆ ਕੇ ਉਹਨੂੰ ਛੋਟਾ ਕਰ ਲਈਏ, ਧਿਆ ਕੇ ਉਹਨੂੰ ਵੱਡਾ ਕਰ ਲਈਏ। ਇਸ ਤਰ੍ਹਾਂ ਉਹ ਕੋਈ ਚੀਜ਼ ਥੋੜਾ, ਜਿਵੇਂ ਛੋਟੀ ਹੈ ਰਬੜ ਥੋੜਾ, ਖਿੱਚ ਕੇ ਛੋਟੀ ਕਰ ਲਾਂਗੇ ਤੇ ਖਿੱਚ ਕੇ ਫਿਰ ਵੱਡੀ ਕਰ ਲਵਾਂਗੇ। ਬਸ ਇਹੀ ਕਹਾਣੀ ਹੈ, ਸਾਡੀ ਸੋਚ ਦੇ ਵਿੱਚ ਅੰਤਰ ਹੈ ਤੇ ਸਤਿਗੁਰੂ ਸਾਨੂੰ ਕੁਝ ਹੋਰ ਸਮਝਾਉਣਾ ਚਾਹੁੰਦੇ ਆ। ਸਤਿਗੁਰੂ ਜੀ ਕਹਿੰਦੇ ਆ ਵੱਡਾ ਨਾ ਹੋਵੇ ਘਾਟ ਨਾ ਜਾਏ, ਕਿਉਂਕਿ ਉਸ ਪਰਮਾਤਮਾ ਦੇ ਵਿੱਚ ਘਾਟਵਾਦ ਕਿਛ ਨਾਏ, ਪੂਰੇ ਕਾ ਕੀਆ ਸਭ ਕੁਝ ਪੂਰਾ, ਉਹ ਆਪਣੇ ਆਪ ਵਿੱਚ ਪੂਰਨ ਹੈ। ਫਿਰ ਬਚਨ ਖਿਆਲ ਵਿੱਚ ਰੱਖਿਓ, ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਕਹਿੰਦੇ ਬੰਦਿਆ ਕੀ ਘਟਾਏਗਾ ਕੀ ਵਧਾਏਗਾ ਉਹਦੇ ਅੰਦਰ, ਜਿਹਦੇ ਬਾਰੇ ਰੋਜ਼ ਬਾਣੀ ਵਿੱਚ ਪੜ੍ਹਦਾ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਉਹ ਤਾਂ ਆਦ ਤੋਂ ਲੈ ਕੇ ਅੰਤ ਤੱਕ ਤੇ ਪਰਮਾਤਮਾ ਪੂਰਾ ਹੀ ਪੂਰਾ ਹੈ, ਨਾ ਉਹਦੇ ਵਿੱਚ ਘਾਟ ਹੈ ਨਾ ਵਾਧ ਹੈ। ਤੂੰ ਆਪਣੀ ਮਰਜ਼ੀ ਨਾਲ ਉਹਨੂੰ ਘਟਾਉਣਾ ਚਾਹੁੰਦਾ ਹੈ। ਇਹ ਤਾਂ ਉਹ ਕਹਾਣੀ ਹੋ ਗਈ, ਕੋਈ 4 ਬੁੱਕਾਂ ਸਮੁੰਦਰ ਦੀਆਂ ਕੱਢ ਕੇ ਆਖੇ ਮੈਂ ਸਮੁੰਦਰ ਘਟਾਤਾ। ਕਿੱਡੀ ਵੱਡੀ ਬੇਵਕੂਫੀ ਦੀ ਗੱਲ ਹੈ, ਕਿੰਨੀ ਵੱਡੀ ਮੂਰਖਤਾ ਦੀ ਗੱਲ ਹੈ। 4 ਬੁੱਕਾਂ 4 ਬਾਲਟੀਆਂ ਪਾਣੀ ਦੀਆਂ ਕੱਢ ਕੇ ਕਹਿ ਰਿਹਾ ਮੈਂ ਸਮੁੰਦਰ ਨੂੰ ਘਟਾ ਦਿੱਤਾ। ਉਹ ਤਾਂ ਹੋਰ ਵੱਧ ਜਾਏਗਾ, ਪਤਾ ਨਹੀਂ ਕਿੰਨੀਆਂ ਨਦੀਆਂ ਉਹਦੇ ਵਿੱਚ ਪੈ ਰਹੀਆਂ ਨੇ, ਕਿੰਨੇ ਦਰਿਆ ਉਹਦੇ ਵਿੱਚ ਪੈ ਰਹੇ ਨੇ। ਉਹ ਤਾਂ ਸਗੋਂ ਵੱਧ ਰਿਹਾ, ਉਹ ਤਾਂ ਘਟ ਥੋੜਾ ਰਿਹਾ। ਇਸ ਕਰਕੇ ਰੱਬ ਨੂੰ ਆਪਾਂ ਜਿੰਨੀ ਮਰਜ਼ੀ ਵਡਿਆਈ ਕਰੀਏ, ਸਾਰਾ ਸੰਸਾਰ ਇੱਕ ਹੋ ਕੇ ਕਰੇ। ਸਤਿਗੁਰੂ ਜੀ ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਤੇ ਸਾਡੇ ਕਹਿਣ ਨਾਲ ਉਹਨੇ ਵੱਡਾ ਹੋਣਾ ਤੇ ਨਾ ਹੀ ਸਾਡੇ ਕਹਿਣ ਨਾਲ ਉਹਨੇ ਘਟ ਜਾਣਾ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਨਾ ਤੇ ਉਹ ਮਰਦਾ ਤੇ ਨਾ ਹੀ ਉਹਦੇ ਅੰਦਰ ਸੋਗ ਭਾਵ ਕੋਈ ਚਿੰਤਾ ਵਾਲੀ ਗੱਲ ਹੈ, ਨਾ ਹੀ ਉਹਨੂੰ ਕੋਈ ਸੋਗ ਹੁੰਦਾ। ਜਿੰਨੇ ਸੰਸਾਰ ਤੋਂ ਜਾਣਾ ਚਿੰਤਾ ਤੇ ਉਹਨੂੰ ਹੁੰਦੀ ਹੈ, ਮੈਂ ਸੰਸਾਰ ਤੋਂ ਚਲੇ ਜਾਣਾ। ਹੁਣ ਮੇਰੇ ਵਰਗੇ ਨੂੰ ਪਤਾ ਕਿ ਮੈਂ ਕੱਲ 2 ਦਿਨ ਦਾ ਮਹਿਮਾਨ ਆ, ਹੋ ਸਕਦਾ ਚੰਦ 1 ਸਾਹ ਦਾ ਮਹਿਮਾਨ ਹੋਵਾਂ। ਚਿੰਤਾ ਤੇ ਮੈਨੂੰ ਹੈ ਕਿ ਮੈਂ ਮਰ ਜਾਣਾ, ਖਤਮ ਹੋ ਜਾਣਾ। ਚਿੰਤਾ ਤੇ ਸੰਸਾਰ ਨੂੰ ਹੈ। ਜੇ ਹਿਸਾਬ ਨਾਲ ਸੰਸਾਰ ਤੇ ਭਾਣੇ ਪੇ ਵਾਪਰਦੇ ਆ, ਸੰਸਾਰ ਨੂੰ ਚਿੰਤਾ ਹੈ। ਰੱਬ ਨੂੰ ਥੋੜਾ ਚਿੰਤਾ ਕਿ ਮੇਰੀ ਆਕਸੀਜਨ ਘਟ ਜਾਣੀ ਹੈ। ਰੱਬ ਨੂੰ ਥੋੜਾ ਇਹ ਪਤਾ ਕਿ ਮੈਨੂੰ ਸਿਲੰਡਰ ਨਹੀਂ ਮਿਲਣਾ। ਰੱਬ ਨੇ ਥੋੜਾ ਕਹਿਣਾ ਹੈ ਕਿ ਮੈਨੂੰ ਦਵਾਈਆਂ ਨਹੀਂ ਮਿਲਣੀਆਂ। ਰੱਬ ਨੇ ਨਹੀਂ ਕਹਿਣਾ। ਬੇਨਤੀ ਕਰਾਂ, ਸਤਿਗੁਰੂ ਜੀ ਕਹਿੰਦੇ ਨਾ ਉਹ ਮਰੈ, ਉਹ ਤਾਂ ਕਦੀ ਮਰਦਾ ਹੀ ਨਹੀਂ ਹੈ। ਮਰਦਾ ਤੇ ਉਹ ਹੈ ਜਿਹੜਾ ਜੂਨਾਂ ਵਿੱਚ ਆਉਂਦਾ ਹੈ, ਰੱਬ ਤੇ ਜੂਨਾਂ ਵਿੱਚ ਆਉਂਦਾ ਹੀ ਨਹੀਂ, ਉਹ ਤਾਂ ਹੈ ਹੀ ਅਜੂਨੀ। ਤੇ ਅਜੂਨੀ ਦਾ ਅਰਥ ਕੀ ਹੈ? ਭਾਵ ਜਿਹੜਾ ਜੂਨਾਂ ਤੋਂ ਰਹਿਤ ਹੋਵੇ, ਜਿਹੜਾ ਜੂਨਾਂ ਵਿੱਚ। ਇੱਕ ਬਚਨ ਫਿਰ ਮੈਂ ਸਾਂਝਾ ਕਰਾਂ, ਅਕਸਰ ਆਪਾਂ ਕਰਦੇ ਹਾਂ ਭਗਤ ਬਾਣੀ ਦੇ ਵਿੱਚ। ਭਗਤ ਬਾਣੀ ਵਿੱਚ ਭਗਤ ਸਾਹਿਬਾਨ ਕਹਿੰਦੇ ਆ ਉਹ ਮੁੱਖ ਸੜ ਜਾਏ, ਅੱਗ ਲੱਗ ਜੇ ਉਸ ਮੂੰਹ ਨੂੰ, ਜਿਹੜਾ ਇਹ ਗੱਲ ਕਹਿੰਦਾ ਕਿ ਵੀ ਰੱਬ ਜੂਨਾਂ ਵਿੱਚ ਆਉਂਦਾ। ਰੱਬ ਜੂਨਾਂ ਵਿੱਚ ਨਹੀਂ ਆਉਂਦਾ। ਸੋ ਮੁਖ ਜਲੋ
ਜਿਤ ਕਹਿ ਠਾਕੁਰ ਜੋਨੀ, ਉਹ ਸੜ ਜਾਏ ਮੁਖ, ਉਹ ਜੀਵ ਸੜ ਜਾਏ। ਜਿਹੜੀ ਇਹ ਗੱਲ ਆਖੇ ਕਿ ਵੀ ਰੱਬ ਮਰਦਾ ਹੈ, ਭਾਵ ਰੱਬ ਜੋਨਾਂ ਵਿੱਚ ਆਉਂਦਾ ਹੈ, ਕਿਉਂਕਿ ਉਹਦਾ ਕੋਈ ਮਾਂ ਹੀ ਨਹੀਂ, ਉਹਦਾ ਕੋਈ ਬਾਪ ਹੀ ਨਹੀਂ, ਉਹ ਤਾਂ ਸਭਨਾ ਕਾ ਮਾਂ ਪਿਓ ਆਪ ਹੈ, ਸਭ ਦਾ ਮਾਂ ਪਿਓ ਆਪ ਹੈ, ਸਾਰੇ ਉਹਦੇ ਵਿੱਚੋਂ ਪੈਦਾ ਹੋਏ। ਫਿਰ ਕਿਵੇਂ ਕਵਾਂਗੇ ਕਿ ਵੀ ਰੱਬ ਮਰਦਾ ਹੈ? ਬੇਨਤੀ ਕਰਾਂ, ਰੱਬ ਮਰਦਾ ਨਹੀਂ। ਰੱਬ ਜਿਹੜਾ ਉਹ ਸਦਾ ਹੀ ਸੰਸਾਰ ਤੇ ਰਹਿੰਦਾ ਹੈ, ਜਿਹਨੂੰ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਸਪਸ਼ਟ ਕਰ ਦਿੰਦੀ ਹੈ। ਵੇਖੋ, ਜਿੱਥੇ ਗੁਰੂ ਦੀ ਮੋਹਰ ਲੱਗ ਜਾਂਦੀ ਹੈ ਨਾ, ਹੋ ਸਕਦਾ ਮੇਰੀ ਗੱਲ ਤੇ ਤੁਹਾਨੂੰ ਇਤਬਾਰ ਨਾ ਹੋਵੇ, ਪਰ ਗੁਰੂ ਦੀ ਗੱਲ ਤੇ ਤਾਂ ਸਾਨੂੰ ਇਤਬਾਰ ਕਰਨਾ ਪਏਗਾ, ਉੱਥੇ ਸ਼ੰਕਾ ਨਹੀਂ ਹੋ ਸਕਦਾ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹੋ, ਗੁਰੂ ਨਾਨਕ ਮਹਾਰਾਜ ਜੀ ਕੀ ਕਹਿੰਦੇ ਆ? ਦੁਨੀਆ ਦੀ ਹਰੇਕ ਚੀਜ਼ ਮਰਦੀ ਹੈ, ਬਿਨਸਦੀ ਹੈ, ਖਤਮ ਹੁੰਦੀ ਹੈ। ਰੱਬਾ, ਜਦੋਂ ਮੈਂ ਤੇਰੇ ਵੱਲ ਝਾਤ ਮਾਰਦਾ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਤਾਂ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਉਸੇ ਤਰ੍ਹਾਂ ਵੇਸ ਵਿੱਚ ਤੁਰਿਆ ਆ ਰਿਹਾ। ਤੂੰ ਆਪਣਾ ਵੇਸ ਵੀ ਨਹੀਂ ਬਦਲਦਾ, ਤੂੰ ਤਾਂ ਇੱਕੋ ਵੇਸ ਵਾਲਾ ਹੈ। ਇਸ ਕਰਕੇ ਰੱਬ ਜਿਹੜਾ ਨਾ ਉਹ ਮਰੈ ਨਾ ਹੋਵੇ ਸੋਗ। ਇੱਥੋਂ ਹੀ ਕੱਲ੍ਹ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗਾ, ਕਿਉਂਕਿ ਸ਼ਬਦ ਬੜੇ ਮਹਿੰਗੇ ਆ ਤੇ ਮੈਂ ਨਹੀਂ ਚਾਹੁੰਦਾ ਕਿ ਵੀ ਆਪਾਂ ਅਗਾਂਹ ਤੁਰੀਏ। ਇੱਥੋਂ ਹੀ ਜਿਹੜੀ ਆ, ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੁੱਕੈ ਭੋਗ, ਇਸੇ ਪੰਕਤੀ ਨੂੰ ਆਧਾਰ ਬਣਾ ਕੇ ਅਗਲੀਆਂ ਪੰਕਤੀਆਂ ਦੇ ਵਿਚਾਰ ਆਪ ਜੀ ਦੇ ਨਾਲ ਕੱਲ੍ਹ ਸਾਂਝੀ ਕਰਾਂਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੀ। ਭੁੱਲਾਂ ਦੀ ਖਿਮਾ, ਬੋਲਦਿਆਂ ਪਾਸੋਂ ਅਨੇਕਾਂ ਹੋ ਜਾਂਦੀਆਂ ਨੇ।